ਇਹ ਮਰੀਜ਼ ਕੋਵਿਡ ਦੇ ਸਿੰਪਟਮ ਨਾਲ ਆਇਆ ਸੀ। ਸਾਰੇ ਉਹਦੇ ਸਾਹ 'ਚ ਦਿੱਕਤ ਸੀਗੀ, ਉਹਦੇ ਗਲੇ 'ਚ ਖਰਾਸ਼ ਸੀਗੀ। ਲੇਕਿਨ ਇਹ 4 ਦਿਨ ਬਾਅਦ ਮੈਡੀਸਨ ਵਾਰਡ ਤੋਂ ਸਾਨੂੰ ਕਾਲ ਆਈ ਕਿ ਉਹਦੀ ਅੱਖ 'ਤੇ ਸਵੈਲਿੰਗ ਆ ਗਈ ਹੈ ਅਤੇ ਉਹਦੇ ਨੱਕ ਤੋਂ ਡਿਸਚਾਰਜ ਵੀ ਆ ਰਿਹਾ ਸੀ ਅਤੇ ਉਹਦੇ ਗਲ 'ਤੇ ਵੀ ਸਵੈਲਿੰਗ ਸੀਗੀ। ਪੂਰੇ ਦੇਸ਼ 'ਚ ਸਾਡੇ ਕੋਲ 37 ਪੇਸ਼ੈਂਟ ਨੇ ਅਤੇ ਉਹਨਾਂ ਵਿੱਚ 12 ਤੇ ਪੋਜ਼ੀਟਿਵ ਨੇ ਕੋਵਿਡ ਅਤੇ 25 ਨੈਗੇਟਿਵ ਨੇ ਅਤੇ 25 ਪੇਸ਼ੈਂਟ ਦੀ ਆਪਾਂ ਸਰਜਰੀ ਕਰ ਦਿੱਤੀ ਹੈ ਅਤੇ ਬਾਕੀ ਡਾਕਟਰ ਸਾਹਿਬ ਸ਼ੂਗਰ ਤੋਂ ਇਲਾਵਾ ਵੀ ਕੋਈ ਹੋਰ ਕੋਮੋਰਬਿਡਿਟੀਜ਼ ਵਾਲੇ ਪੇਸ਼ੈਂਟਸ ਆਏ ਕਿ ਮੈਜੋਰਟੀ ਵਾਲੇ ਪੇਸ਼ੈਂਟਸ ਕਿਸ ਦੇ ਹੁੰਦੇ? ਨੱਕ ਤੇ ਫੇਸ ਤੋਂ ਇਲਾਵਾ ਹੋਰ ਵੀ ਕਿਤੇ ਹੋ ਜਾਂਦੀ ਹੈ ਬਾਡੀ ਜਦੋਂ ਸ਼ੁਰੂਆਤ ਹੁੰਦੀ ਹੈ ਬਲੈਕ ਫੰਗਸ ਦੀ? ਉਹਨਾਂ ਦਾ ਫੋਕਸ ਸਿਰਫ ਨੱਕ ਦੇ ਉੱਤੇ ਹੀ ਹੈਗਾ ਅੱਜ, ਪਰ ਸਾਨੂੰ ਇੱਕ ਕੇਸ ਮਿਲਿਆ ਜਿਹਦੇ ਵਿੱਚ ਲੰਗ 'ਚ ਗਈ ਆ। ਕਰੋਨਾ ਤੋਂ ਬਾਅਦ ਬਲੈਕ ਫੰਗਸ ਜਿਹੀ ਭਿਆਨਕ ਬਿਮਾਰੀ ਨੇ ਸਾਰੇ ਦੇਸ਼ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਹੈ, ਪਰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਨੇ ਇਸ ਨੂੰ ਬੜੇ ਢੰਗ ਨਾਲ ਟੈਕਲ ਕੀਤਾ ਹੈ। ਆ ਸਾਡੇ ਨਾਲ ਮੌਜੂਦ ਨੇ GMCH 32 ਦੇ ENT ਐਕਸਪਰਟ ਤੇ ਬਲੈਕ ਫੰਗਸ ਉੱਤੇ ਮਾਹਰ ਡਾਕਟਰ ਸੁਰਿੰਦਰ ਕੇ ਸਿੰਗਲ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਬਲੈਕ ਫੰਗਸ ਉੱਤੇ ਹੋਰ ਜਾਣਕਾਰੀ ਲੈਂਦੇ ਹਾਂ। ਸੁਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ TV ਤੇ। ਡਾਕਟਰ ਸਾਹਿਬ, ਸਭ ਤੋਂ ਤੁਹਾਡਾ ਜੇ ਤੁਸੀਂ ਬਲੈਕ ਫੰਗਸ ਦੇ ਮਰੀਜ਼ਾਂ ਦਾ ਸਕਸੈਸਫੁਲੀ ਜਾਨ ਬਚਾਈ ਹੈ, ਉਹਨਾਂ ਦਾ ਆਪਰੇਸ਼ਨ ਕੀਤਾ ਹੈ, ਇਹ ਕਿੱਥੋਂ ਸ਼ੁਰੂਆਤ ਹੋਈ? ਬੇਸਿਕਲੀ ਇਹ ਮਰੀਜ਼ ਜਿਹੜਾ ਸਾਡਾ ਡਿਸਚਾਰਜ ਹੋਇਆ ਸਕਸੈਸਫੁਲੀ, ਇਹ ਮਰੀਜ਼ ਕੋਵਿਡ ਦੇ ਸਿੰਪਟਮ ਨਾਲ ਆਇਆ ਸੀ। ਸਾਰੇ ਉਹਦੇ ਸਾਹ 'ਚ ਦਿੱਕਤ ਸੀਗੀ, ਉਹਦੇ ਗਲੇ 'ਚ ਖਰਾਸ਼ ਸੀਗੀ। ਲੇਕਿਨ ਇਹ 4 ਦਿਨ ਬਾਅਦ ਮੈਡੀਸਨ ਵਾਰਡ ਤੋਂ ਸਾਨੂੰ ਕਾਲ ਆਈ ਕਿ ਉਹਦੀ ਅੱਖ 'ਤੇ ਸਵੈਲਿੰਗ ਆ ਗਈ ਹੈ ਅਤੇ ਉਹਦੇ ਨੱਕ ਤੋਂ ਡਿਸਚਾਰਜ ਵੀ ਆ ਰਿਹਾ ਸੀ ਅਤੇ ਉਹਦੇ ਗਲ 'ਤੇ ਵੀ ਸਵੈਲਿੰਗ ਸੀਗੀ। ਅਤੇ ਜਦੋਂ ਆਪਾਂ ਐਂਡੋਸਕੋਪੀ ਕੀਤੀ ਅਤੇ ਸਾਨੂੰ ਲੱਗਿਆ ਅੰਦਰ ਫੰਗਸ ਹੈਗਾ, ਬਲੈਕ ਫੰਗਸ ਦੇ ਸਾਈਨ ਸੀਗੇ ਅਤੇ ਸੈਂਪਲ ਆਪਾਂ ਲੈ ਕੇ ਦਿੱਤਾ ਚੈੱਕ ਕਰਨ ਵਾਸਤੇ ਅਤੇ ਇਹ ਫੰਗਸ ਆਇਆ ਅਤੇ ਆਪਾਂ ਫਿਰ ਛੇਤੀ ਉਹਦੀ ਸਰਜਰੀ ਕਰਤੀ ਅਤੇ ਨਾਲ ਉਹਦੇ ਐਂਟੀ ਫੰਗਲ ਡਰੱਗ ਦਿੱਤੀ ਐਂਫੋਟੈਰੀਸਿਨ B, ਜੋ ਉਸ ਟਾਈਮ ਅਵੇਲੇਬਲ ਸੀਗੀ, ਐਂਡ ਉਹਦੇ ਨਾਲ ਮਰੀਜ਼ ਦਾ ਚੰਗਾ ਇਲਾਜ ਹੋ ਗਿਆ ਔਰ ਉਹ ਸਕਸੈਸਫੁਲੀ ਚਲਾ ਗਿਆ। ਇਹਦੀ ਚੀਜ਼ ਇਹ ਸੀਗੀ ਕਿ ਪੇਸ਼ੈਂਟ ਹੌਸਪੀਟਲ 'ਚ ਸੀਗਾ ਅਤੇ ਉਹਦੀ ਜਲਦੀ ਡਾਇਗਨੋਸਿਸ ਬਣ ਗਈ। ਜੇ ਬੰਦਾ ਬਾਹਰ ਹੋਵੇ, ਇਹ ਸਾਈਨ ਨੋਟ ਨਾ ਕਰੇ, ਡਾਕਟਰ ਦੀ ਸਲਾਹ ਨਾ ਮਿਲੇ ਤਾਂ ਫਿਰ ਲੇਟ ਹੋ ਜਾਂਦਾ ਹੈ ਅਤੇ ਬਿਮਾਰੀ ਦੂਰ ਫੈਲ ਜਾਂਦੀ ਹੈ। ਜਿਵੇਂ ਇਹਦੀ ਬਿਮਾਰੀ ਸਿਰਫ ਨੱਕ ਅਤੇ ਸਾਈਨਸ ਵਿੱਚ ਸੀਗੀ, ਹਾਲਾਂਕਿ ਇਹ ਬਿਮਾਰੀ ਨੱਕ ਤੋਂ ਸਾਈਨਸ ਤੋਂ ਲੈ ਕੇ ਅੱਖ ਦੇ ਵਿੱਚ ਚਲੀ ਜਾਂਦੀ ਹੈ, ਅੱਖ ਦੇ ਪਿੱਛੇ ਫਿਰ ਬ੍ਰੇਨ ਦੇ ਨਾਲ ਚਲੀ ਜਾਂਦੀ ਹੈ। ਜਦੋਂ ਇਹ ਬ੍ਰੇਨ ਤੱਕ ਪਹੁੰਚ ਜਾਂਦੀ ਹੈ ਤਾਂ ਫਿਰ ਥੋੜ੍ਹਾ ਜਿਹਾ ਇਲਾਜ ਮੁਸ਼ਕਿਲ ਹੋ ਜਾਂਦਾ ਅਤੇ ਪੇਸ਼ੈਂਟ ਨਾਲ ਨੂੰ ਮੁਸ਼ਕਿਲ ਹੋ ਜਾਂਦੀ ਹੈ ਬਹੁਤ ਜ਼ਿਆਦਾ। ਸਰ, ਹੁਣ ਤੱਕ ਕਿੰਨੇ ਬਲੈਕ ਫੰਗਸ ਦੇ ਕੇਸਿਸ ਆ ਚੁੱਕੇ ਨੇ GMCH 32 ਤੇ ਤੁਸੀਂ ਕਿੰਨਿਆਂ ਤੇ ਆਪਰੇਸ਼ਨ ਕੀਤਾ? ਅਜੇ ਤੱਕ ਆਪਾਂ ਨੂੰ 46 ਪੇਸ਼ੈਂਟ ਆਏ ਹੈ ਇੱਥੇ। 46 ਪੇਸ਼ੈਂਟ ਵਿੱਚ 8 ਪੇਸ਼ੈਂਟ ਦੀ ਡੈਥ ਹੋਈ ਆ ਅਤੇ ਅੱਜ ਦੀ ਡੇਟ 'ਚ ਸਾਡੇ ਕੋਲ 37 ਪੇਸ਼ੈਂਟ ਨੇ ਅਤੇ ਉਹਨਾਂ ਵਿੱਚ 12 ਤੇ ਪੋਜ਼ੀਟਿਵ ਨੇ ਕੋਵਿਡ ਅਤੇ 25 ਨੈਗੇਟਿਵ ਨੇ ਅਤੇ 25 ਪੇਸ਼ੈਂਟ ਦੀ ਆਪਾਂ ਸਰਜਰੀ ਕਰ ਦਿੱਤੀ ਹੈ ਅਤੇ ਬਾਕੀ ਪੇਸ਼ੈਂਟ ਸਰਜਰੀ ਦੀ ਵੇਟ ਕਰ ਰਹੇ ਹੈ ਕਿਉਂਕਿ ਉਹ ਸਰਜਰੀ ਨਾਲ ਵਾਸਤੇ ਹਾਲੇ ਫਿੱਟ ਨਹੀਂ ਹੋ ਗਏ। ਸਰਜਰੀ ਕਰਨ ਵਾਸਤੇ ਉਹਨਾਂ ਦਾ ਸ਼ੂਗਰ ਕੰਟਰੋਲ ਹੋਣਾ ਚਾਹੀਦਾ, ਉਹਨਾਂ ਦੀ ਚੈਸਟ ਦੀ ਕੰਡੀਸ਼ਨ ਠੀਕ ਹੋਣੀ ਚਾਹੀਦੀ, ਤਾਂ ਹੀ ਆਪਾਂ ਆਪਰੇਸ਼ਨ ਟੇਬਲ 'ਤੇ ਲਿਜਾ ਸਕਦੇ ਹਾਂ। ਜੇ ਉਹ ਨਹੀਂ ਹੈ ਤਾਂ ਫਿਰ ਮੁਸ਼ਕਿਲ ਹੋ ਜਾਂਦਾ ਆਪਰੇਸ਼ਨ ਦੇ ਵਿੱਚ। ਪਹਿਲਾਂ ਆਪਾਂ ਇਹ ਕੰਟਰੋਲ ਕਰਾਂਗੇ, ਫਿਰ ਉਹਨੂੰ ਸਰਜਰੀ ਕਰਾਂਗੇ ਅਤੇ ਫਿਰ ਅੱਗੇ ਵਧੇਗਾ। ਜਿਹੜੇ 25 ਬੰਦੇ ਤੁਸੀਂ ਆਪਰੇਸ਼ਨ ਕੀਤੇ ਉਹ ਬਿਲਕੁਲ ਸਕਸੈਸਫੁਲ ਹੋਏ ਬਲੈਕ ਫੰਗਸ ਦੀ? ਉਹਨਾਂ ਦਾ ਇਲਾਜ ਹਾਲੇ ਚੱਲ ਰਿਹਾ ਹੈ ਕਿਉਂਕਿ ਸਰਜਰੀ ਇਜ਼ ਜਸਟ ਵਨ ਪਾਰਟ, ਇੱਕ ਹਿੱਸਾ ਹੈਗਾ ਟ੍ਰੀਟਮੈਂਟ ਦਾ, ਇਲਾਜ ਦਾ। ਸਰਜਰੀ ਵਿੱਚ ਆਪਾਂ ਕੀ ਕਰਦੇ ਆ, ਜਿਹੜਾ ਪਾਰਟ, ਜਿਹੜਾ ਅੰਗ ਗਲ ਜਾਂਦਾ ਹੈ ਬਲੈਕ ਫੰਗਸ ਨਾਲ, ਉਹਨੂੰ ਆਪਾਂ ਕੱਢ ਦਿੰਦੇ ਆ। ਇਹਦਾ ਮਤਲਬ ਹੈ ਫੰਗਸ ਦਾ ਜਿਹੜਾ ਇਨਫੈਕਸ਼ਨ ਹੈ ਉਹ ਆਪਾਂ ਕੱਢ ਦਿੰਦੇ ਆ। ਫਿਰ ਐਂਟੀ ਫੰਗਲ ਡਰੱਗ ਜਿਹੜੀ ਹੁੰਦੀ ਨਾ ਉਹ ਚੱਲਦੀ ਹੈ ਕਾਫੀ ਟਾਈਮ ਨਾਲ, ਐਂਫੋਟੈਰੀਸਿਨ B ਜਿਹਨੂੰ ਕਹਿੰਦੇ ਆ, ਲਾਈਪੋਸੋਮਲ। ਦੂਜੀ ਵੀ ਹੁੰਦੀ ਹੈ ਕਨਵੈਨਸ਼ਨਲ ਐਂਫੋਟੈਰੀਸਿਨ ਜਿਹਨੂੰ ਕਹਿੰਦੇ ਆ, ਉਹ ਬੜੀ ਟੌਕਸਿਕ ਹੁੰਦੀ ਹੈ ਔਰ ਉਹਨੂੰ ਆਪਾਂ 1 ਮਿਲੀਗ੍ਰਾਮ ਤੋਂ ਜ਼ਿਆਦਾ ਨਹੀਂ ਦੇ ਸਕਦੇ, ਇਹ 5 ਮਿਲੀਗ੍ਰਾਮ ਦੇ ਸਕਦੇ ਹਾਂ ਆਪਾਂ। ਅਤੇ ਡਿਪੈਂਡ ਕਰਦਾ, ਲੰਬਾ ਚੱਲਦਾ ਹੈ ਟ੍ਰੀਟਮੈਂਟ ਅਤੇ ਦੇ ਆਰ ਡੂਇੰਗ ਵੈਲ। ਜਿਹੜੇ ਪੇਸ਼ੈਂਟ ਆਪਾਂ ਆਪਰੇਟ ਕੀਤੇ ਉਹ ਹਲੇ ਠੀਕ ਚੱਲ ਰਹੇ ਨੇ। 1-2 ਪੇਸ਼ੈਂਟ ਨੇ ਜਿਨ੍ਹਾਂ ਦਾ ਪਹਿਲਾਂ ਬ੍ਰੇਨ ਦੇ ਆਸ-ਪਾਸ ਆਲੇ ਦੁਆਲੇ ਸੀਗਾ ਉਹ ਇਨਫੈਕਸ਼ਨ, ਉਹ ਥੋੜ੍ਹਾ ਜਿਹਾ ਸਿਕ ਹੈਗੇ, ਪਰ ਵੀ ਆਰ ਮੈਨੇਜਿੰਗ ਦੈਮ। 1-2 ਪੇਸ਼ੈਂਟ ਹੈਗੇ। ਆਮ ਤੌਰ ਤੇ ਕਿਹਾ ਜਾਂਦਾ ਜਦੋਂ ਕਿਸੇ ਬੰਦੇ ਨੂੰ ਕਰੋਨਾ ਹੋ ਜਾਂਦਾ ਉਸ ਤੋਂ ਬਾਅਦ ਉਹਦੀ ਸਰਜਰੀ ਇੱਕਦਮ ਕਰਨਾ ਜਾਂ ਕਰੋਨਾ ਨੈਗੇਟਿਵ ਹੋਣ ਤੋਂ ਬਾਅਦ ਵੀ ਨਹੀਂ ਕੀਤੀ ਜਾਂਦੀ ਹੈਗੀ, ਤਾਂ ਇਹਦੇ 'ਚ ਕਿੰਨੇ ਟਾਈਮ ਬਾਅਦ ਸਰਜਰੀ ਹੁੰਦੀ ਹੈ ਅਤੇ ਆਪਾਂ ਕਦੋਂ ਇਹਦੇ ਵਾਸਤੇ ਪੇਸ਼ੈਂਟ ਕਿਹਦਾ ਇਹੀ ਜ਼ਰੀਆ? ਇਹਦੇ ਵਿੱਚ ਆਪਾਂ ਇੰਤਜ਼ਾਰ ਨਹੀਂ ਕਰਦੇ ਕਿ ਪੇਸ਼ੈਂਟ ਕਰੋਨਾ ਨੈਗੇਟਿਵ ਹੋਵੇ। ਜਿਹੜਾ ਪੇਸ਼ੈਂਟ ਕਰੋਨਾ ਪੋਜ਼ੀਟਿਵ ਹੈਗਾ, ਅੱਜ ਸਾਡੇ ਕੋਲ 12 ਪੇਸ਼ੈਂਟ ਹੈਗੇ ਜਿਵੇਂ,
ਤੇ ਆਪਾਂ ਇਮੀਡੀਏਟਲੀ ਜੇ ਫਿਟ ਹੈਗਾ ਪੇਸ਼ੈਂਟ ਐਨਸਥੀਸੀਆ ਵਾਸਤੇ ਤੇ ਆਪਾਂ ਇਮੀਡੀਏਟਲੀ ਸਰਜਰੀ ਕਰਦੇ ਹਾਂ। ਸਾਡੇ ਕੋਲ ਇੱਕ ਓਟੀ ਹੈਗਾ ਜਿਹੜਾ ਕੋਵਿਡ ਪੋਜ਼ਿਟਿਵ ਵਾਸਤੇ ਆਪਾਂ ਬਣਾਇਆ ਹੋਇਆ, ਉਹਦੇ 'ਚ ਲੈ ਜਾ ਕੇ ਉਹਦੀ ਸਾਰੀ ਪ੍ਰੀਕਾਸ਼ਨ ਆਪਾਂ ਲੈ ਕੇ ਉਹਦੀ ਆਪਰੇਟ ਕਰ ਦਿੰਦੇ ਆ। ਤਾਂ ਵੇਟ ਕਰਨ ਦੀ ਲੋੜ ਨਹੀਂ ਹੈ। ਜੇ ਕਰੋਨਾ ਪੋਜ਼ਿਟਿਵ ਹੈ ਤਾਂ ਵੀ, ਕਰੋਨਾ ਨੈਗੇਟਿਵ ਤੇ ਹੈ ਉਹਦਾ ਤਾਂ ਕਰੀ ਦੇਣਗੇ ਸਰਜਰੀ ਆਪਾਂ। ਤੇ ਸਰ ਕਿਸ ਸਟੇਜ ਤੱਕ ਸਰਜਰੀ ਹੋ ਸਕਦੀ ਹੈ ਬਲੈਕ ਫੰਗਸ ਦੀ, ਜੇ ਗੱਲ ਕੀਤੀ ਜਾਵੇ ਕਿੰਨੇ ਕਿਹੜੇ ਸਟੇਜ ਤੱਕ ਆਪਾਂ ਕਹਿ ਸਕਦੇ ਵੀ ਆਪਰੇਸ਼ਨਲ ਹੋ ਸਕਦਾ ਤੇ ਸਕਸੈਸਫੁਲ ਹੋ ਸਕਦਾ? ਜहाँ तक सवाल है एक्सटेंट ਦਾ, ਜੇ ਮਤਲਬ ਜੇ ਬਿਮਾਰੀ ਨੱਕ ਦੇ ਰਾਹੀਂ ਔਰਬਿਟ ਤੱਕ ਗਈ ਹੈ, ਅੱਖ ਤੱਕ ਗਈ ਹੈ, ਤਾਂ ਤੱਕ ਆਪਾਂ ਕਰ ਸਕਦੇ ਹਾਂ। ਜਿਸ ਵੇਲੇ ਇਹ ਬ੍ਰੇਨ 'ਚ ਚਲੀ ਜਾਂਦੀ ਹੈ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਉਸ ਟਾਈਮ ਆਪਰੇਸ਼ਨ ਕਰਨਾ। ਨੱਕ ਤੇ ਔਰਬਿਟ ਤੇ ਚੀਕ ਤੇ ਜਾ ਬੋਨ ਇਹ ਸਾਰਾ ਆਪਾਂ ਆਪਰੇਸ਼ਨ ਨਾਲ ਕੱਢ ਸਕਦੇ ਹਾਂ। ਔਰ ਜਿਹੜਾ ਕੋਈ ਡਿਫੈਕਟ ਪੈਂਦਾ ਹੈ ਇੱਥੇ ਜਾਂ ਕੁਝ ਸਕਾਰ ਪੈਂਦਾ ਹੈ ਉਹਦੀ ਆਪਾਂ ਰਿਪੇਅਰ ਵੀ ਕਰ ਸਕਦੇ, ਪਲਾਸਟਿਕ ਸਰਜਰੀ ਕੀਤੀ ਜਾ ਸਕਦੀ ਹੈ। ਜਿਵੇਂ ਮੈਂ ਇਹ ਸਕਿਨ ਕੱਢਾਂ ਇੱਥੋਂ ਤੇ ਆਪਾਂ ਪਲਾਸਟਿਕ ਸਰਜਰੀ ਨਾਲ ਇੱਥੇ ਦੂਜੀ ਸਕਿਨ ਲਗਾ ਸਕਦੇ ਹਾਂ। ਲੇਕਿਨ ਜਦੋਂ ਇਹ ਬ੍ਰੇਨ ਚਲੇ ਜਾਂਦਾ ਹੈ ਨਾ, ਬ੍ਰੇਨ ਤੇ ਚੱਲਣਾ ਫਿਰ ਮੁਸ਼ਕਿਲ ਹੋ ਜਾਂਦਾ ਥੋੜਾ ਆਪਰੇਸ਼ਨ ਕਰਨਾ। ਸਰ ਇਹਦੀ ਜਿਵੇਂ ਤੁਸੀਂ ਇੰਨੇ ਆਪਰੇਸ਼ਨ ਕਰ ਚੁੱਕੇ ਹੋ, ਤੁਸੀਂ ਪੈਟਰਨ ਸਟੱਡੀ ਕੀਤਾ, ਕੋਈ ਕਿਹਾ ਜਾਂਦਾ ਵੀ ਆਕਸੀਜਨ ਕਰਕੇ ਹੋ ਰਹੀ ਹੈ, ਕਈ ਕਹਿ ਰਹੇ ਆ ਵੀ ਵਿਟਾਮਿਨ ਜ਼ਿਆਦਾ ਖਾ ਰਹੇ ਉਹਨਾਂ ਕਰਕੇ ਹੋ ਰਹੀ ਹੈ। ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਹੈ ਜਿਹੜਾ ਮੇਲ ਪੈਟਰਨ 'ਚ ਜਿਹੜਾ ਆਇਆ? ਦੇਖੋ ਜਿਹੜਾ ਇਹ ਬਲੈਕ ਫੰਗਸ, ਵੈਸੇ ਤਾਂ ਬਲੈਕ ਫੰਗਸ ਇਹਦਾ ਨਾਂ ਗਲਤ ਕੀਤਾ ਗਿਆ, ਇਹਦਾ ਨਾਂ ਹੈ ਮਿਊਕਰਮਾਈਕੋਸਿਸ। ਇਹ ਆਪਾਂ ਪਹਿਲਾਂ ਵੀ ਦੇਖਦੇ ਸੀ, ਕੋਵਿਡ ਤੋਂ ਪਹਿਲਾਂ ਵੀ ਦੇਖਦੇ ਸੀ। ਪਹਿਲਾਂ ਜਿਹੜੇ ਮਰੀਜ਼ ਆਉਂਦੇ ਸੀ ਉਹ ਸਾਰੇ ਜਾਂ ਤਾਂ ਸ਼ੂਗਰ ਦੇ ਮਰੀਜ਼ ਹੁੰਦੇ ਸੀ ਜਾਂ ਫਿਰ ਉਹਨਾਂ ਦਾ ਟਰਾਂਸਪਲਾਂਟ ਹੋਇਆ ਹੋਇਆ ਸੀ, ਉਹਨਾਂ ਨੂੰ ਦੂਜੀ ਦਵਾਈਆਂ ਚੱਲਦੀਆਂ ਇਮਿਊਨੋਸਪ੍ਰੈਸ਼ਨ ਜਿਨ੍ਹਾਂ ਨੂੰ ਕਹਿੰਦੇ थे, जिन्हों ने क्रोनिक किडनी डिजीज है, ल्यूकीमिया है, मैलिग्नेंसी है, ऐसी बीमारियों में देखा जाता था। ठीक है, नाउ व्हाट्स हैपनिंग इज बिकॉज ऑफ कोविड वी आर सीइंग म्यूकरमाइकोसिस। सो देर आर वेरीअस थ्योरी, बड़ियां थ्योरियां लोकी कहते हैं कि ये है पर सानू ਜਿਹੜਾ लगता है कि ਜਿਹੜੇ ਸਟੀਰੋਇਡਸ ਲੋਕੀ ਲੈਂਦੇ ਨੇ, ਸਟੀਰੋਇਡ ਨਾਲ ਬਲੱਡ ਸ਼ੂਗਰ ਵੱਧਦਾ ਹੈ। ਜਿਹੜਾ ਬਲੱਡ ਸ਼ੂਗਰ ਜਦੋਂ ਵੱਧਦਾ ਹੈ ਤਾਂ ਇਨਫੈਕਸ਼ਨ ਦਾ ਰੇਟ ਆਪੇ ਹੀ ਵੱਧ ਜਾਂਦਾ ਹੈ, ਤੇ ਇਨਫੈਕਸ਼ਨ ਵਧੇਗਾ ਤਾਂ ਫਿਰ ਫੰਗਸ ਦਾ ਚਾਂਸਿਸ ਆਪੇ ਵੱਧ ਜਾਂਦੇ ਹਨ। ਤਾਂ ਸਾਨੂੰ ਲੱਗਦਾ ਹੈ ਕਿ ਇੱਕ ਤਾਂ ਸੈਲਫ ਮੈਡੀਕੇਸ਼ਨ, ਜਿਵੇਂ ਘਰ ਲੋਕੀ ਸੀਗੇ ਹੋਮ ਆਈਸੋਲੇਸ਼ਨ 'ਚ, ਉਹ ਆਪੇ ਹੀ ਸਟੀਰੋਇਡ ਸਟਾਰਟ ਕਰ ਬੈਠੇ। ਡੋਜ਼ ਉਹਨਾਂ ਨੂੰ ਪਤਾ ਨਹੀਂ ਸੀਗੀ ਕਿੰਨੇ ਦਿਨ ਲੈਣੀ, ਇਹ ਨਹੀਂ ਪਤਾ ਸੀਗਾ, ਤੇ ਉਹਨੇ ਕੰਮ ਖਰਾਬ ਕੀਤਾ ਮੈਨੂੰ ਲੱਗਦਾ ਹੈ। ਬਾਕੀ ਔਰ ਵੀ ਹੈਗੇ, ਜਿਵੇਂ ਪਾਣੀ ਨਾਲ ਵੀ, ਮਤਲਬ ਜਿਵੇਂ ਆਕਸੀਜਨ ਸਿਲੰਡਰ ਦਾ ਪਾਣੀ ਨਹੀਂ ਬਦਲੀਏ। ਕੁਛ ਲੋਕੀ ਕਹਿੰਦੇ ਕਿ ਜ਼ਿਆਦਾ ਜਿੰਕ ਦੀ ਟੈਬਲੇਟ ਖਾ ਲਈ ਉਹਦੇ ਨਾਲ ਵੀ ਹੋ ਸਕਦਾ ਹੈ। ਬਹੁਤ ਸਾਰੀ ਥਿਊਰੀਆਂ ਨੇ, ਪਰ ਡਾਇਬਟੀਜ਼ ਤੇ ਜਿਹੜੀ ਮੈंने ਪਹਿਲਾਂ ਦੱਸੀ ਹੈ, ਕ੍ਰੋਨਿਕ ਕਿਡਨੀ ਡਿਜੀਜ਼, ਟਰਾਂਸਪਲਾਂਟ ਦੇ ਪੇਸ਼ੈਂਟ ਜਿਨ੍ਹਾਂ ਨੂੰ ਪਹਿਲਾਂ ਹੀ ਦਵਾਈਆਂ ਚੱਲ ਰਹੀਆਂ ਹੈ, ਉਹਨਾਂ 'ਚ ਜ਼ਰੂਰ ਮਿਲਦਾ ਹੈ। ਤੇ ਸਰ ਜਿਵੇਂ ਮਾਰਕੀਟ 'ਚ ਦਵਾਈਆਂ ਦੀ ਵੀ ਘਾਟ ਹੈ ਇਹਨੂੰ ਲੈ ਕੇ ਜਾਂ ਹੋਰ ਚੀਜ਼ਾਂ, ਤੇ ਕੀ ਆਪਰੇਸ਼ਨ ਹੀ ਇੱਕ ਇਹਦਾ ਇਲਾਜ ਹੈ ਕਿ ਇਹਦਾ ਹੋਰ ਵੀ ਕੋਈ ਇਲਾਜ ਹੈਗਾ? ਜਿਵੇਂ ਦਵਾਈਆਂ ਕਈ ਵਾਰ ਮਾਰਕੀਟ 'ਚ ਨਹੀਂ ਮਿਲ ਰਹੀਆਂ ਹੈਗੀਆਂ ਤਾਂ ਇਹਦਾ ਇਲਾਜ ਸਿਰਫ ਆਪਰੇਸ਼ਨ ਰਾਹੀਂ ਹੋ ਸਕਦਾ? देखिए, मैंने जैसे पहले भी बताया कि ऑपरेशन इज जस्ट वन पार्ट, ਜਿਹਦੇ ਵਿੱਚ ਆਪਾਂ ਗਲਾ ਹਿੱਸਾ ਜਿਹੜਾ ਹੈਗਾ ਉਹਨੂੰ ਕੱਢ ਦਿੰਦੇ ਹਾਂ। ਉਸ ਤੋਂ ਬਾਅਦ ਦਵਾਈ ਚੱਲਦੀ ਹੈ, ਤੇ ਦਵਾਈ ਤਾਂ ਬਹੁਤ ਜ਼ਰੂਰੀ ਹੈਗੀ ਹੈ। ਤਾਂ ਹੀ ਗਵਰਨਮੈਂਟ ਆਫ ਇੰਡੀਆ ਨੇ ਇਹ ਦਵਾਈ ਆਪਣੇ ਹੱਥ ਲੈ ਲਈ ਹੈ ਹੁਣ, ਤੇ ਉਹ ਪੇਸ਼ੈਂਟ ਦੇ ਨੰਬਰ ਦੇ ਹਿਸਾਬ ਨਾਲ ਹਸਪਤਾਲਾਂ ਨੂੰ ਦਿੰਦੀ ਹੈ। ਤੇ ਸਾਡੇ ਕੋਲ ਤਾਂ ਅਵੇਲੇਬਲ ਹੈ ਦਵਾਈ, ਸਾਨੂੰ ਮਿਲੀ ਹੈ ਗਵਰਨਮੈਂਟ ਵੱਲੋਂ, ਤੇ ਲੋਕਾਂ ਦੀ ਦਵਾਈ ਚੱਲਦੀ ਪਈ ਹੈ। ਖਾਲੀ ਸਰਜਰੀ ਇਜ਼ ਨਾਟ ਦਾ ਟ੍ਰੀਟਮੈਂਟ, you have to continue the medicine, it may continue for 20 days or 1 month। ਤੇ ਸਰ ਆਉਣ ਵਾਲੇ ਟਾਈਮ ਜਿਹੜਾ ਹੁਣ ਸੈਕਿੰਡ ਵੇਵ ਇੱਕ ਤਰ੍ਹਾਂ ਤੋਂ ਥੋੜਾ ਜਿਹਾ ਚੰਡੀਗੜ੍ਹ 'ਚ ਪ੍ਰਭਾਵ ਉਹਦਾ ਘੱਟ ਹੋਇਆ ਹੈ, ਥੋੜੇ ਕੇਸਿਸ ਘੱਟ ਰਹੇ ਨੇ, ਪਰ ਕੀ ਇਹ ਹਜੇ ਵੀ ਲੋਕਾਂ ਨੂੰ ਜੋ ਨੈਗੇਟਿਵ ਹੋ ਜਾਂਦੇ ਉਸ ਤੋਂ ਬਾਅਦ ਵੀ ਆਪਣਾ ਖਿਆਲ ਰੱਖਣਾ ਚਾਹੀਦਾ ਹੈਗਾ ਕਿ ਬਲੈਕ ਫੰਗਸ ਦੇ ਕੋਈ ਸਿम्टम इनिशियल तौर पे? बिल्कुल ख्याल रखना चाहिए। जैसे कोई भी साइन या सिम्टम आता है तो इमीडिएटली ईएनटी सर्जन को कंसल्ट करना चाहिए। जैसे कि पहले मैंने बताया, कुछ नाक में रुकावट है, नाक से कोई काले रंग का डिस्चार्ज आता है, कोई गाल पे स्वेलिंग आ जाती है, आँख में लाली आती है, आधे चेहरे में दर्द होने लग जाता है, या दांत लूज हो रहा है, या यहाँ पे सुन्नपन हो जाता है, तो ऐसी चीज़ कोई भी आई, अर्लीस्ट साइन मतलब कोई भी है, तो इमीडिएटली डॉक्टर को दिखाना चाहिए। आदमी को केयरफुल रहना चाहिए पोस्ट कोविड एरिया में, चाहे कितने भी दिन हो गए हैं। और स्पेशली वो लोग जिनको शुगर की बीमारी है और ऑलरेडी कोई कोएग्जिस्टिंग डिजीज़ है, जैसे कोई किडनी की डिजीज़ है या इम्यूनोसप्रेशन पे है, तो इन लोगों को तो ज़्यादा सावधान रहना चाहिए। ਵੈਕਸੀਨ ਵਾਲੇ ਲੋਕਾਂ ਨੂੰ ਵੀ ਜ਼ਿਆਦਾ ਸਾਵਧਾਨ ਵਰਤਣੀ ਚਾਹੀਦੀ, ਜਿਹਨੇ ਵੈਕਸੀਨ ਇੱਕ ਡੋਜ਼ ਲੱਗੀ ਹੈ, 2 ਡੋਜ਼ ਲੱਗੀਆਂ ਨੇ? देखिए, वैक्सीन लेने का मतलब ये नहीं है कि आपको फुल प्रूफ मिल गया है, तो यू शुड बी केयरफुल। आई विल से कि सावधानी तो रखनी है, चाहे वैक्सीन लग गया चाहे ना लग गया है। ਇੱਕ ਸਰ ਘਰ 'ਚ ਜਦੋਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਪਹਿਲਾਂ ਵੀ, ਘਰ 'ਚ ਲੋਕ ਆਮ ਤੌਰ 'ਤੇ ਆਪਣੀ ਤਰਫ ਤੋਂ ਇਲਾਜ ਸ਼ੁਰੂ ਕਰ ਦਿੰਦੇ ਨੇ, ਉਹਦੇ 'ਚ ਦੇਸੀ ਦਵਾਈਆਂ ਵੀ ਕਰ ਲੈਂਦੇ, ਕਾੜੇ ਵਗੈਰਾ ਪੀ ਲੈਂਦੇ, ਕਿ ਉਹ ਵੀ ਇੱਕ ਤਰ੍ਹਾਂ ਤੋਂ ਬਲੈਕ ਫੰਗਸ ਨੂੰ ਇਨਕਰੇਜ ਕਰਦਾ ਬੋਡੀ 'ਚ?
ਕੁਝ ਲੋਕੀ ਕਹਿੰਦੇ ਆ ਕਿ ਉਹਦੇ ਕਾਰਨ ਵੀ ਹੁੰਦਾ ਹੈ, ਪਰ ਮੈਂ ਨਹੀਂ ਕਹਿ ਪਾਵਾਂਗਾ, ਮੈਂ ਉਹਦਾ ਐਕਸਪਰਟ ਨਹੀਂ ਹੈਗਾ ਆਯੁਰਵੈਦ ਦਾ ਤੇ ਦੂਜੀ ਦਵਾਈਆਂ ਦਾ, ਤਾਂ ਮੈਂ ਉਹਦੇ ਬਾਰੇ ਨਹੀਂ ਕਹਿ ਪਾਵਾਂਗਾ ਕੁਝ। ਡਾਕਟਰ ਸਾਹਿਬ ਸ਼ੂਗਰ ਤੋਂ ਇਲਾਵਾ ਵੀ ਕੋਈ ਹੋਰ ਕੋਮੋਰਬਿਡਿਟੀਜ਼ ਵਾਲੇ ਪੇਸ਼ੈਂਟਸ ਆਏ ਕਿ ਮੈਜੋਰਟੀ ਵਾਲੇ ਪੇਸ਼ੈਂਟਸ ਕਿਸ ਦੇ ਹੁੰਦੇ? ਸਾਡੇ ਕੋਲ ਜਿੰਨੇ ਵੀ ਪੇਸ਼ੈਂਟ ਐਡਮਿਟ ਤੇ ਉਹਨਾਂ 'ਚ ਮੈਜੋਰਿਟੀ ਪੇਸ਼ੈਂਟ ਦੇ ਵਿੱਚ ਸ਼ੂਗਰ ਹੈਗਾ, ਤੇ ਸ਼ੂਗਰ ਹੀ ਕਹਾਂਗਾ ਮੈਂ, ਤੇ ਮੇਰੇ ਕੋਲ ਜਿਹੜੇ ਪੇਸ਼ੈਂਟ ਹੈ ਉਹਨਾਂ 'ਚ ਸ਼ੂਗਰ ਵਧਿਆ ਹੋਇਆ ਹੈ, ਤੇ ਕੁਝ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਕਿਡਨੀ ਦੀ ਡਿਜ਼ੀਜ਼ ਸੀਗੀ, ਕਿਡਨੀ ਫੇਲੀਅਰ 'ਚ ਹੀਮੋਡਾਇਲਿਸਿਸ ਚੱਲਦਾ ਸੀ ਜਿਨ੍ਹਾਂ ਦਾ, ਉਹ ਪੇਸ਼ੈਂਟ ਸੀਗੇ। ਸ਼ੂਗਰ ਦੇ ਕਿੰਨੇ ਪੇਸ਼ੈਂਟ ਹੋਣਗੇ? ਸਾਡੇ ਕੋਲ 36 ਪੇਸ਼ੈਂਟ ਅੱਜ ਹੈਗੇ, ਤੇ ਉਹਨਾਂ 'ਚ 34 ਵਿੱਚ ਸ਼ੂਗਰ ਹੈਗੀ ਹੈ। ਬਾਕੀ 2 ਕਿਡਨੀ ਵਾਲੇ ਸੀਗੇ। ਤੇ ਨੱਕ ਤੇ ਫੇਸ ਤੋਂ ਇਲਾਵਾ ਹੋਰ ਵੀ ਕਿਤੇ ਹੋ ਜਾਂਦੀ ਹੈ ਬੋਡੀ ਜਦੋਂ ਸ਼ੁਰੂਆਤ ਹੁੰਦੀ ਹੈ ਬਲੈਕ ਫੰਗਸ ਦੀ? ਇਹ ਤੁਸੀਂ ਚੰਗਾ ਸਵਾਲ ਪੁੱਛਿਆ ਹੈ। ਲੋਕਾਂ ਦਾ ਫੋਕਸ ਸਿਰਫ ਨੱਕ ਦੇ ਉੱਤੇ ਹੀ ਹੈਗਾ ਅੱਜ, ਪਰ ਸਾਨੂੰ ਇੱਕ ਕੇਸ ਮਿਲਿਆ ਜਿਹਦੇ ਵਿੱਚ ਲੰਗ 'ਚ ਗਈ ਆ ਫੰਗਸ। ਥੋੜ੍ਹੇ ਸਮਾਂ ਪਹਿਲਾਂ ਤੁਹਾਨੂੰ ਪਤਾ ਹੋਵੇਗਾ ਦਿੱਲੀ ਵਿੱਚ ਇੰਟੈਸਟੀਨ 'ਚ ਵਿੱਚ ਵੀ ਮਿਲਿਆ ਸੀਗਾ। ਸਾਡੇ ਕੋਲ ਇੱਕ ਪੇਸ਼ੈਂਟ ਹੈਗਾ ਜਿਹਦੇ ਪਲਮਰੀ ਮਿਊਕਰਮਾਈਕੋਸਿਸ ਹੈਗੀ, ਜਿਹਨੂੰ ਪਲਮਰੀ ਕਹਿੰਦੇ ਨੇ। ਉਹਨਾਂ ਦੇ ਵੀ ਆਪਰੇਸ਼ਨ ਹਜੇ ਕਰਨਾ ਹੈ ਕਿ ਹੋ ਚੁੱਕੇ? ਉਹਦੇ ਵਿੱਚ ਟ੍ਰੀਟਮੈਂਟ ਚੱਲੇਗਾ, ਕਿਉਂਕਿ ਲੰਗ ਦੀ ਵਾਸਕੂਲਰਿਟੀ ਚੰਗੀ ਹੁੰਦੀ ਹੈ, ਉੱਥੇ ਡਰਗ ਦੀ ਪੈਨੀਟ੍ਰੇਸ਼ਨ ਚੰਗੀ ਹੋ ਜਾਂਦੀ ਹੈ। ਉਹਦੇ 'ਚ ਆਪਰੇਸ਼ਨ ਦਾ ਲੋਡ ਨਹੀਂ ਪਏਗੀ ਮੋਸਟ ਪ੍ਰੋਬਬਲੀ, ਉਹਦੇ 'ਚ ਦਵਾਈ ਦੀ ਕੰਮ ਕਰ ਜੂਗੀ। ਡਾਕਟਰ ਸਾਹਿਬ ਪ੍ਰੋ ਪੰਜਾਬ ਟੀਵੀ ਤੇ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਤੋ ਇਹ ਸੀਗੇ ਸਾਡੇ ਨਾਲ ਡਾਕਟਰ ਸੁਰਿੰਦਰ ਜੀ, ਜਿਨ੍ਹਾਂ ਨੇ ਦੱਸਿਆ ਕਿ ਬਲੈਕ ਫੰਗਸ ਦੇ ਆਪਰੇਸ਼ਨ ਕਿਵੇਂ ਕੀਤਾ ਗਿਆ, ਕਿੰਨੇ ਕੇਸਿਸ ਆ ਰਹੇ ਆ ਤੇ ਕਿਵੇਂ ਉਹਦਾ ਬਚਾਅ ਹੋ ਸਕਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਜੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ ਵਾਸਤੇ।